ਵਾਹਿਗੁਰੂ 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 ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਮਨ ਦਾ ਸਾਨੂੰ ਭੇਤ ਦਿੱਤਾ ਜਾਂਦਾ ਹੈ, ਗੁਰਬਾਣੀ ਗੁਰੂ ਦੇ ਵਿੱਚ ਮਨ ਦੇ ਬਾਰੇ ਮਹਾਰਾਜ ਕਹਿੰਦੇ ਆ, ਮਨ ਇੱਕ ਸੂਖਮ ਪ੍ਰਕਾਸ਼ ਰੂਪ ਸ਼ਕਤੀ ਹੈ, ਜਿਹਨੂੰ ਕਿ ਇੱਕ ਨਟੂਏ ਦੀ ਤਰ੍ਹਾਂ ਹੁਕਮ ਦੇ ਵਿੱਚ ਰੱਖ ਕੇ ਖਿਡਾਇਆ ਜਾਂਦਾ ਹੈ। ਪਰ ਜੇਕਰ ਇਹ ਮਨ ਉਸ ਹੁਕਮ ਨੂੰ ਬੁੱਝਦਾ ਹੈ ਜਿਹਦੇ ਦੁਆਰਾ ਇਹ ਖੇਲ ਰਿਹਾ ਹੈ, ਜਿਹਦੇ ਦੁਆਰਾ ਇਹਦੇ ਵਿੱਚ ਪਾਵਰ ਆ ਰਹੀ ਹੈ, ਤਾਂ ਇਹ ਮਨ ਪ੍ਰਵਾਨ ਹੋ ਜਾਂਦਾ। ਪਰ ਸਾਰੀ ਉਮਰ ਇਸ ਸਰੀਰ ਦੇ ਵਿੱਚ ਰਹਿੰਦਿਆਂ, ਸਵਾਸਾਂ ਦਾ ਧਨ ਲੈਂਦਿਆਂ, ਇਸ ਸੰਸਾਰ ਦੇ ਵਿੱਚ, ਇਸ ਬਾਜੀ ਦੇ ਵਿੱਚ ਖੇਡਦਿਆਂ, ਜੇਕਰ ਹੁਕਮ ਨਹੀਂ ਬੁੱਝਿਆ ਵੀ ਕਿਸ ਹੁਕਮ ਦੇ ਵਿੱਚੋਂ ਮੈਨੂੰ ਸਵਾਸ ਦਿੱਤੇ ਗਏ ਆ ਤੇ ਕਿਹੜੇ ਹੁਕਮ ਦੇ ਵਿੱਚ ਕਿਸ ਨੇ ਮੈਨੂੰ ਖਿਡਾਇਆ ਹੈ ਤੇ ਕਿਸ ਤਰੀਕੇ ਮੈਂ ਇਸ ਸੰਸਾਰ ਦੇ ਵਿੱਚ ਪ੍ਰਵੇਸ਼ ਹੋਇਆ, ਤਾਂ ਇਸ ਮਨ ਨੂੰ ਆਕੀ ਸਮਝ ਕੇ ਅੱਗੇ ਦੀ ਅੱਗੇ ਸਮੇਂ ਦੇ ਸਫ਼ਰ ਦੇ ਵਿੱਚ ਲਗਾਤਾਰ ਚਲਾਇਆ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਨਿਰਗੁਣ ਹਰੀਆ ਸਰਗੁਣ ਧਰੀਆ ਅਨੇਕ ਕੋਠਰੀਆ ਭਿੰਨ 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 ਕਰੀਆ। ਕਹਿੰਦੇ ਨਿਰਗੁਣ ਤੇ ਸਰਗੁਣ ਦੀ ਖੇਲ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਬਣਾਈ ਆ। ਨਿਰਗੁਣ ਦੇ ਵਿੱਚ ਮਹਾਰਾਜ ਨੇ, ਸੂਖਮ 'ਚ ਮਹਾਰਾਜ ਨੇ, ਸਰਗੁਣ ਧਰੀਆ ਤੇ ਭਾਵ ਕਹਿੰਦੇ ਸਰਗੁਣ ਉਹਨਾਂ ਦੇ ਵਿੱਚੋਂ ਆਪ ਦੇ ਵਿੱਚੋਂ ਪ੍ਰਗਟ ਕਰਕੇ ਉਹਨੂੰ ਖੇਡਦੇ ਪਏ ਆ ਜੋਤ ਸਰੂਪ ਹੋ ਕੇ। ਇੱਕ ਸੂਖਮ ਜੋਤ ਹੁੰਦੀ ਏ ਤੇ ਸਰਗੁਣ ਨੂੰ ਆਪਾਂ ਦ੍ਰਿਸ਼ਟਮਾਨ ਜੋਤ ਕਹਿ ਸਕਦੇ ਹਾਂ, ਜੋ ਕਿ ਦ੍ਰਿਸ਼ਟਮਾਨ ਦੇ ਵਿੱਚ ਪੇਸ਼ ਕੀਤੀ ਹੈ। ਫਿਰ ਮਹਾਰਾਜ ਕਹਿੰਦੇ ਅਨੇਕ ਕੋਠਰੀਆ, ਬਹੁਤ ਸਾਰੀਆਂ ਕੋਠਰੀਆਂ ਬਣਾਈਆਂ ਨੇ, ਜੂਨਾਂ ਬਣਾਈਆਂ ਨੇ, ਹੱਟਾਂ ਬਣਾਈਆਂ ਨੇ, ਭਿੰਨ ਭਿੰਨ ਭਿੰਨ, ਤੇ ਹਰ ਇੱਕ ਨੂੰ ਦੂਜੇ ਤੋਂ ਅਲੱਗ ਰੱਖਿਆ ਗਿਆ। ਮੇਰੇ ਹਰ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਬਣਾਇਆ। ਕਿਸੇ ਨੂੰ ਕਿਸੇ ਦੇ ਨਾਲ ਮਿਲਾਇਆ ਨਹੀਂ ਗਿਆ, ਹਰ ਇੱਕ ਨੂੰ ਅਲੱਗ ਰੱਖਿਆ ਗਿਆ। ਭਿੰਨ 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 ਕਰਕੇ ਖੇਡ ਚੱਲਦੀ ਪਈ ਆ। ਫਿਰ ਮਹਾਰਾਜ ਕਹਿੰਦੇ ਵਿੱਚ ਮਨ ਕੁਟਵਰੀਆ, ਮਨ ਜਿਹੜਾ ਹੈ ਉਹ ਕੁਟਵਰੀਆ ਬਣ ਕੇ, ਭਾਵ ਕਿ ਮਨ ਜਿਹੜਾ ਖੇਡਦਾ ਪਿਆ। ਤੇ ਅੱਗੇ ਕਹਿੰਦੇ ਨਿਜ ਮੰਦਰ ਪਿਰੀਆ ਤਹਾਂ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ। ਪਰ ਜਿਹੜਾ ਸਾਡਾ ਪਰਮੇਸ਼ਰ ਪ੍ਰਕਾਸ਼ ਰੂਪ ਆਨੰਦ ਸਰੂਪ ਜੋ ਮਾਲਕ ਹੈ, ਜੋ ਸਾਡਾ ਪਤੀ ਵੀ ਕਿਹਾ ਗਿਆ, ਜਿਹਨੂੰ ਆਤਮ ਰਾਮ ਵੀ ਕਿਹਾ ਗਿਆ ਹੈ, ਉਹ ਇਹਨਾਂ ਭਿੰਨ ਭਿੰਨ ਜਿਹੜੀਆਂ ਕੋਠਰੀਆਂ ਬਣਾਈਆਂ ਨੇ, ਇਹਨਾਂ ਦੇ ਵਿੱਚ ਤਾਂ ਉਹ ਸਰਗੁਣ ਸਰੂਪ ਹੋ ਕੇ ਨੇ। ਪਰ ਜੇ ਤੁਸੀਂ ਸਰਗੁਣ ਦੇ ਵਿਚਲੀ ਜੋਤ ਦਾ ਅਸਲ ਰੂਪ ਦੇਖਣਾ ਚਾਹੁੰਦੇ ਜੇ, ਤੇ ਉਹ ਸਰਗੁਣ ਤੋਂ ਉੱਪਰ ਇੱਕ ਏਰੀਆ ਹੈ, ਸਾਡੇ ਸਰੀਰ ਦੇ ਵਿੱਚ ਹੀ ਇੱਕ ਸੂਖਮ ਏਰੀਆ ਹੈ, ਜੋ ਸਾਡੇ
ਨੇਤਰ ਬੰਦ ਕਰਨ ਤੇ ਜਦੋਂ ਆਪਾਂ ਦੇਖਦੇ ਹਾਂ ਨਾ, ਜਿਹੜਾ ਸਾਰੀ ਅੱਗੇ ਸੋਨੇ ਆ, ਸੂਖਮ ਖਾਲੀ ਖਲਾ ਆ, ਜਾਂ ਤੁਸੀਂ ਨੇਤਰ ਖੁੱਲ੍ਹੇ ਦੇ ਵਿੱਚ ਆ ਧਰਤੀ ਤੇ ਆ ਅਸਮਾਨ ਆ ਆਕਾਰ ਦੇ ਵਿੱਚ ਆ ਜਿਹੜਾ ਖਾਲੀ ਖਲਾ ਦੇਖਦੇ ਹੋ, ਇਹਦੇ ਵਿੱਚ ਸਰਗੁਣ ਦੇ ਵਿੱਚ ਜਿਹੜੀ ਸਮਾਈ ਹੋਈ ਜੋਤ ਆ, ਉਹਦਾ ਅਸਲ ਰੂਪ, ਉਸ ਜੋਤ ਦਾ ਸਰੂਪ ਆ ਖਾਲੀ ਖਲਾ ਦੇ ਵਿੱਚ ਇੱਕ ਚਿੱਤ ਹੋ ਕੇ ਵਸਿਆ ਹੋਇਆ। ਜੇ ਜੋਤ ਵੇਖਣੀ ਹੈ ਤਾਂ ਉਹ ਇਸ ਖਾਲੀ ਵਿੱਚ ਆਉਣਾ ਪੈਂਦਾ, ਤਰੀਕੇ ਦੇ ਨਾਲ, ਜੁਗਤ ਨਾਲ ਜੋਤ ਦੇ ਦਰਸ਼ਨ ਹੁੰਦੇ ਨੇ। ਤੇ ਜੇ ਜੋਤ ਦੀ ਖੇਡ ਵੇਖਣੀ ਹੈ, ਜੋਤ ਦਾ ਆਕਾਰ ਦੇਖਣਾ ਹੈ, ਤੇ ਉਹ ਆ ਜਿੰਨਾ ਸਰਗੁਣ ਹੈ, ਇਹ ਜੋਤ ਦਾ ਆਕਾਰ। ਇਹਨੂੰ ਕਹਿੰਦੇ ਨਿਜ ਮੰਦਰ ਪ੍ਰਿਆ, ਤਹਾਂ ਆਨੰਦ ਕਰੀਆ, ਨ ਜਰੀਆ ਨ ਮਰੀਆ। ਉੱਥੇ ਆਨੰਦ ਸਰੂਪ ਆ, ਨਾ ਉੱਥੇ ਜਨਮ ਇਹਨੇ ਤੇ ਨਾ ਮਰਨ ਹੈ। ਭਾਵਨ ਸਰੀਰ ਹੀ ਨਹੀਂ ਜਦੋਂ ਹੈਗਾ ਤੇ ਉੱਥੇ ਜਨਮ ਕਾਹਦਾ ਹੋਏਗਾ, ਤੇ ਸਵਾਸ ਹੀ ਨਹੀਂ ਹੈਗੇ ਉੱਥੇ, ਤੇ ਮਰਨ ਕਾਹਦਾ ਹੋਏਗਾ। ਉੱਥੇ ਇੱਕ ਜੋਤ ਸਰੂਪ ਖੇਲ ਆ, ਲਗਾਤਾਰ ਚੱਲਦਾ ਪਿਆ। ਪਰ ਜਿਹੜਾ ਸਿੱਧਾ ਆਪਾਂ ਸੁਣ ਦੇ ਵਿੱਚ ਧਿਆਨ ਲਗਾਈਏ ਜਾਂ ਅੱਖਾਂ ਬੰਦ ਕਰਕੇ ਦੇਖੀਏ, ਸਿੱਧੇ ਮਾਲਕ ਦੇ ਦਰਸ਼ਨ ਨਹੀਂ ਹੁੰਦੇ। ਜਿਵੇਂ ਆਪਣੇ ਸਰੀਰ ਦੇ ਉੱਪਰ, ਆਪਣੇ ਸਰੀਰ ਜੋ ਐਕਚੁਅਲ ਸਰੀਰ ਆ, ਉਹਦੇ ਉੱਪਰ ਆਪਾਂ ਇੱਕ ਕੱਪੜਾ ਪਾ ਲੈਂਦੇ ਹਾਂ, ਕੱਪੜੇ ਦੇ ਉੱਪਰ ਹੋਰ ਕੱਪੜਾ, ਉਹਦੇ ਉੱਪਰ ਆਪਾਂ ਕੋਈ ਜਰਸੀ ਕੋਟ ਪਾ ਲੈਂਦੇ ਹਾਂ। ਇਸੇ ਤਰੀਕੇ ਸੱਚੇ ਪਾਤਸ਼ਾਹ ਨੇ ਜਦੋਂ ਸਿਰਜਣਾ ਕੀਤੀ ਹੈ, ਉਹਨਾਂ ਨੇ ਆਪ ਦੀ ਜੋਤ ਦੇ ਉੱਪਰ, ਪ੍ਰਕਾਸ਼ ਰੂਪੀ ਜੋਤ ਦੇ ਉੱਪਰ ਸੁੰਨ ਦਾ ਕੱਪੜਾ ਪਾਇਆ ਹੋਇਆ। ਸੁੰਨ ਨੇ ਚਾਰੇ ਪਾਸੋਂ ਘੇਰਿਆ ਹੋਇਆ ਪ੍ਰਕਾਸ਼ ਨੂੰ, ਚੁਗਿਰਦੇ ਆ ਜਿਹੜਾ ਅੱਖਾਂ ਬੰਦ ਕਰਕੇ ਕਾਲੀ ਸੁੰਨ ਵੇਖਦੇ ਆ ਨਾ, ਇਹ ਸੁੰਨ ਦਾ ਕੱਪੜਾ ਪਿਆ ਹੋਇਆ ਸਾਰਾ। ਕਈ ਗੁਰਮੁਖ ਜਦੋਂ ਪ੍ਰੈਕਟੀਕਲ ਕਰਦੇ ਆ, ਕਹਿੰਦੇ ਆ ਵੀ ਜੇਕਰ ਅਸੀਂ ਸਾਹਮਣੇ ਖਾਲੀ ਖਲਾ ਦੇ ਵਿੱਚੋਂ ਸੱਚ ਦੇ ਦਰਸ਼ਨ ਕਰਨੇ ਚਾਹੀਏ ਤੇ ਹਨੇਰਾ ਜਿਹਾ ਸਾਹਮਣੇ ਆ ਜਾਂਦਾ। ਇਹ ਹਨੇਰਾ ਜਿਹੜਾ, ਇਹ ਸੁੰਨ ਦੀ ਸਾਰੀ ਕਾਲੀ ਚਾਦਰ ਉੱਪਰ ਪਈ ਹੋਈ ਹੈ ਮਹਾਰਾਜ। ਫਿਰ ਸੁੰਨ ਤੋਂ ਬਾਅਦ ਇਹਦੇ ਵਿੱਚ ਰੰਗ ਆਕਾਰ ਨੇ, ਚਾਰੇ ਪਾਸੋਂ ਆਕਾਰਾਂ ਨੇ, ਰੰਗਾਂ ਨੇ ਮਾਲਕ ਨੂੰ ਘੇਰਿਆ ਹੋਇਆ। ਆਕਾਰਾਂ ਦੇ ਉੱਪਰ ਆ ਫਿਰ ਸਰਗੁਣ ਆ ਜਾਂਦਾ। ਤੇ ਜਦੋਂ ਆਪਾਂ ਸਰਗੁਣ ਤੋਂ ਨਿਗਾਹ ਉਠਾਵਾਂਗੇ, ਇੱਧਰੋਂ ਚੱਕਾਂਗੇ ਤੇ ਆਕਾਰ ਆ ਗਏ, ਆਕਾਰਾਂ ਤੋਂ ਪਾਸੇ ਕਰਾਂਗੇ ਤੇ ਸੁੰਨ ਆ ਜਾਂਦੀ। ਤੇ ਅਖੀਰੀ ਕੱਪੜਾ ਫਿਰ ਇੱਕ ਚਿੱਟੇ ਜਿਹੇ ਰੰਗ ਦਾ ਜਿਹੜਾ ਪ੍ਰਕਾਸ਼ ਆਉਂਦਾ ਨਾ, ਜਿਹੜੇ ਗੁਰਮੁਖ ਕਹਿੰਦੇ ਆ ਵੀ ਚਿੱਟੇ ਜਿਹੇ ਰੰਗ ਦਾ ਪ੍ਰਕਾਸ਼ ਸਾਨੂੰ ਦਿਖਦਾ, ਧੁੰਦ ਤਰ੍ਹਾਂ। ਫਿਰ ਉੱਥੋਂ ਜਦੋਂ ਸਾਡੀ ਦ੍ਰਿਸ਼ਟੀ, ਸਾਡਾ ਧਿਆਨ ਉਹਨੂੰ ਵੀ ਪਾਰ ਕਰ ਜਾਂਦਾ, ਉਸ ਤੋਂ ਅੱਗੇ ਨਿਜ ਸਰੂਪ ਆ ਜਾਂਦਾ ਮਾਲਕ, ਸਾਡੇ ਮਨ ਦਾ ਨਿਜ ਸਰੂਪ। ਫਿਰ ਹੋਰ ਦ੍ਰਿਸ਼ਟੀ ਲੰਮੀ ਕਰਦੇ ਜਾਓ, ਉਹਦੇ 'ਚ ਆਤਮਕ ਸਰੂਪ, ਹੋਰ ਅੱਗੇ ਚੱਲਦੇ ਜਾਓਗੇ, ਫਿਰ ਮੂਲ ਨਿਰੰਕਾਰ, ਜਿੱਥੋਂ ਆਤਮਾ, ਮਨ, ਸੁੰਨ, ਪੌਣ ਪਾਣੀ, ਬਸੰਤਰ, ਰੰਗ, ਆਕਾਰ, ਵਿਚਾਰੇ ਪ੍ਰਗਟ ਹੁੰਦੇ ਪਏ ਨੇ। ਇਸ ਤਰ੍ਹਾਂ ਤੁਰਿਆ ਆਉਂਦਾ। ਇਹ ਇਸ ਖਾਲੀ ਖਲਾ ਦੀ ਖੋਜ ਆ, ਪਰਤਾਂ ਦੇ ਨਾਲ, ਪਰਤਾਂ ਨੇ ਇਹਦੇ ਉੱਪਰ। ਤਾਂ ਤੁਸੀਂ ਜਿਵੇਂ ਨਜ਼ਰ ਘੁਮਾਉਂਦੇ ਹੋ, ਪਹਿਲੀ ਗੱਲ ਤਾਂ ਮਨ ਦੀ ਨਜ਼ਰ ਤੁਸੀਂ ਘੁਮਾਉਂਦੇ ਨਹੀਂ, ਤੁਸੀਂ ਆ ਤਨ ਦੀ ਨਜ਼ਰ ਘੁਮਾਉਂਦੇ ਜੇ। ਤਨ ਦੀ ਨਜ਼ਰ ਦੇ ਨਾਲ ਇਸ ਸੁੰਨ ਵਿੱਚ ਪ੍ਰਗਟ ਕੀਤਾ ਗਿਆ ਆਕਾਰ ਤੇ ਰੰਗ ਵੇਖਦੇ ਨੇ ਤਨ ਦੀ ਨਜ਼ਰ ਨਾਲ। ਜਦੋਂ ਤਨ ਦੀ ਨਜ਼ਰ ਨੂੰ ਛੱਡ ਕੇ ਧਿਆਨ ਮਾਰੀਏ, ਧਿਆਨ ਵਿੱਚ ਫਿਰ ਉਹ ਇੱਕ ਖਾਲੀ ਹਨੇਰਾ ਸੁੰਨ ਵੇਖਣ ਲੱਗ ਪੈਂਦਾ, ਜਾਂ ਸੂਖਮ ਆਕਾਰ ਵੇਖਣ ਲੱਗ ਪੈਂਦੇ ਨੇ। ਉੱਥੋਂ ਫਿਰ ਜਦੋਂ ਸ਼ਬਦ ਦਾ ਸਹਾਰਾ ਦੇ ਕੇ, ਉਹਨੂੰ ਜੁਗਤ ਦਾ ਇਸਤੇਮਾਲ ਕਰਕੇ ਸੁੰਨ ਤੋਂ ਪਾਰ ਦੇਖੀਏ ਤੇ ਧੁੰਦ ਆ ਜਾਂਦੀ, ਜਾਂ ਕੋਈ ਰੰਗ ਆ ਗਿਆ, ਜਾਂ ਕੋਈ ਤਾਰੇ ਵਿਖਣ ਲੱਗ ਗਏ, ਜਾਂ ਜੋ ਮਰਜ਼ੀ ਦਿਖਣ ਲੱਗ ਗਏ। ਉਹਨਾਂ ਨੂੰ ਦੇਖਣਾ ਨਹੀਂ। ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਾ ਸੂਰਜ ਪਸਰਿਆ, ਤਾਰੇ ਛਪੇ ਅੰਧੇਰ ਕੋਲ। ਜਿਵੇਂ ਸੂਰਜ ਦਾ ਪ੍ਰਕਾਸ਼ ਹੁੰਦਾ ਹੈ ਤੇ ਤਾਰੇ ਛਿਪ ਜਾਂਦੇ ਆ, ਹਨੇਰਾ ਛਿਪ ਜਾਂਦਾ, ਚਾਨਣ ਹੀ ਚਾਨਣ ਹੋ ਜਾਂਦਾ। ਇਸ ਤਰੀਕੇ ਜਦੋਂ ਜਗਤ ਦੇ ਵਿੱਚ, ਇਸ ਖਾਲੀ, ਇਸ ਬ੍ਰਹਿਮੰਡ ਦੇ ਵਿੱਚ ਸਤਿਗੁਰ ਪ੍ਰਗਟ ਹੁੰਦੇ ਆ, ਤੇ ਜਿੰਨੀ ਧੁੰਦ ਆ, ਤਾਰੇ, ਸੂਰਜ, ਪ੍ਰਕਾਸ਼, ਲਾਲ, ਨੀਲਾ, ਇਹ ਸਭ ਛਿਪ ਜਾਂਦੇ ਆ, ਫਿਰ ਉਹ ਚਾਨਣ ਹੋ ਜਾਂਦਾ। ਉਸ ਅਵਸਥਾ ਨੂੰ ਜਦੋਂ ਇਸ ਸਰੀਰ ਨੂੰ ਵੀ ਮਹਿਸੂਸ ਹੋ ਰਿਹਾ, ਇਹ ਸਰੀਰ ਵੀ ਤੁਹਾਨੂੰ ਮਹਿਸੂਸ ਹੋ ਰਿਹਾ, ਤੇ ਸੱਚ ਦੇ ਦਰਸ਼ਨ ਕਰ ਰਹੇ ਹੋ, ਅਨਹਦ ਬਾਣੀ ਵੀ ਚੱਲ ਰਹੀ ਹੈ। ਉਹ ਨਿਜ ਮੰਦਰ ਦੇ ਵਿੱਚ
ਸੁਖੋਪਿਤ ਅਵਸਥਾ ਦੇ ਵਿੱਚ ਜਾਂ ਸਮਦਰਸ ਅਵਸਥਾ ਦੇ ਵਿੱਚ, ਸਮਦਰਸੀ ਅਵਸਥਾ ਦੇ ਵਿੱਚ ਨਿਜ ਮੰਦਰ ਨੂੰ ਅਸੀਂ ਮਹਿਸੂਸ ਕਰਦੇ। ਉੱਥੇ ਸਾਡੇ ਮਨ ਦਾ ਖਜ਼ਾਨਾ ਰੱਖਿਆ। ਜਦੋਂ ਨਿਜ ਮੰਦਰ ਦੇ ਵਿੱਚ ਜੋਤ ਤੇ ਅਨਹਦ ਬਾਣੀ ਦੇ, ਜੋ ਕਿ ਸਾਡਾ ਸਰੀਰ 10 ਦੁਆਰਾਂ ਦਾ ਬਣਿਆ, 10ਵੇਂ ਦੁਆਰ ਦੇ ਵਿੱਚ ਜਦੋਂ ਅਸੀਂ ਗਏ, ਉੱਥੇ ਮਨ ਦਾ ਅੰਮ੍ਰਿਤ ਰਸ, ਅਨਹਦ ਬਾਣੀ ਤੇ ਉਹ ਜੋਤ, ਆਤਮਕ ਜੋਤ, ਉਹਦਾ ਪ੍ਰਗਾਸ, ਉੱਥੇ ਮਨ ਜਾਣ ਤੇ ਸੁਰਤ ਧੋਪ ਜਾਂਦੀ ਹੈ। ਪਰ ਜਿਹੜਾ ਨਿਜ ਮੰਦਰ ਹੈ, ਨਿਜ ਮੰਦਰ ਦੇ ਵਿੱਚ ਜਿਹੜਾ ਲੰਮਾ ਸਟੇ ਨਹੀਂ ਹੁੰਦਾ। ਉਹ ਤਾਂ ਆਪਾਂ ਜਿਵੇਂ ਆਮ ਤੌਰ 'ਤੇ ਵਿਸ਼ਰਾਮ ਘਰ ਹੁੰਦਾ ਨਾ, ਅਸੀਂ ਤ੍ਰੈਗੁਣਾ ਦੇ ਵਿੱਚ ਕਰਮ ਕਰਦੇ ਕਰਦੇ ਜਦੋਂ ਥੱਕ ਜਾਂਦੇ ਹਾਂ, ਅਤੇ ਥੋੜ੍ਹਾ ਸਮਾਂ ਅਸੀਂ ਆਪਦੇ ਨਿਜ ਮੰਦਰ ਦੇ ਵਿੱਚ ਜਾ ਕੇ ਸ਼ਬਦ ਸੁਣੇ, ਅੰਮ੍ਰਿਤ ਰਸ ਲਿਆ, ਸੱਚ ਦੇ ਦਰਸ਼ਨ ਕੀਤੇ, ਮਨ ਦੇ ਉੱਪਰੋਂ ਪਾਪਾਂ ਦੀ ਮੈਲ ਖਤਮ ਹੋ ਗਈ, ਦੁਬਾਰਾ ਆ ਕੇ 9 ਦਰਵਾਜ਼ਿਆਂ 'ਚ ਖੇਡਣ ਲੱਗਾ। ਇਸੇ ਤਰੀਕੇ ਨਿਜ ਮਹਿਲ ਹੈ, ਜਿੱਥੇ ਜੇਕਰ ਕੋਈ ਤੁਸੀਂ ਕਰਮ ਦੇ ਵਿੱਚ ਵਿਚਰਦੇ ਆ, ਤੁਹਾਡੇ ਇੱਧਰ ਕੋਈ ਦਿੱਕਤ ਆ ਰਹੀ ਹੈ, ਆਹ ਬੱਚੇ ਨੂੰ ਸੰਭਾਲੋ। ਜੇਕਰ ਇੱਥੇ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ, ਮਾਲਕ ਦੇ ਨਾਲ ਤੁਸੀਂ ਕੋਈ ਵਾਰਤਾਲਾਪ ਕਰਨਾ, ਜਾਂ ਤੁਹਾਨੂੰ ਕੋਈ ਹੁਕਮ ਹੋਣਾ, ਜਾਂ ਤੁਸੀਂ ਕੋਈ ਵਿਚਾਰ ਕਰਨੇ ਹੋ, ਆਪਦੇ ਤੁਸੀਂ ਨਿਜ ਮਹਿਲ ਦੇ ਵਿੱਚ ਜਾ ਕੇ ਕਰਨੀ, ਆਪਦੇ ਸਤਿਗੁਰ ਦੇ ਨਾਲ ਤੁਸੀਂ ਵਿਚਾਰ ਕਰਨੀ, ਤੁਸੀਂ ਆਨੰਦ ਲੈਣਾ, ਤੁਸੀਂ ਕੋਈ ਆਦੇਸ਼ ਲੈਣਾ, ਹੁਕਮ ਲੈਣਾ, ਜਾਂ ਤੁਹਾਡੀ ਕੋਈ ਡਿਊਟੀ ਲੱਗਣੀ, ਜਾਂ ਕੋਈ ਸੁਨ ਮੰਡਲ ਦੇ ਵਿੱਚ ਵਿਚਾਰ ਹੋਣੀ, ਉਹ ਨਿਜ ਮਹਿਲ ਤੋਂ ਹੋਣੀ। ਇਸੇ ਤਰੀਕੇ ਜਦੋਂ ਨਿਜ ਮੰਦਰ, ਨਿਜ ਮਹਿਲ ਤੋਂ ਉੱਪਰ ਫਿਰ ਮਨ ਜਦੋਂ ਬਿਲਕੁਲ ਇਸ ਸਰੀਰ ਨੂੰ ਛੱਡ ਜਾਂਦਾ, ਫਿਰ ਉਹ ਮਨ ਜਿਹੜਾ ਹੈ ਸੂਖ ਮਹਿਲ ਦੇ ਵਿੱਚ ਸੈਰ ਕਰਦਾ ਹੈ। ਨਿਜ ਤੋਂ ਉਹ ਸਾਰਿਆਂ ਦਾ ਸਾਂਝਾ ਹੈ ਜਿਹੜਾ, ਇਹ ਜਿਹੜਾ 10ਵਾਂ ਦੁਆਰ ਹੈ, ਨਿਜ ਮੰਦਰ, ਇਹ ਸਾਰਿਆਂ ਨੂੰ ਮਾਲਕ ਨੇ ਆਪੋ ਆਪ ਦਾ ਸਰੀਰ ਦੇ ਵਿੱਚ ਬਣਾ ਕੇ ਦਿੱਤਾ ਹੈ, ਜਿੱਥੇ ਅਸੀਂ ਥੋੜ੍ਹੇ ਟਾਈਮ ਲਈ ਅੰਮ੍ਰਿਤ ਵਿਸ਼ਰਾਮ ਕਰਦੇ ਹਾਂ, ਮਾਲਕ ਨਾਲ ਸੰਪਰਕ ਕਰਦੇ ਹਾਂ, ਹੁਕਮ ਲੈਂਦੇ ਹਾਂ। ਜਿਹੜਾ ਸੂਖ ਮਹਿਲ ਹੈ, ਜਿੱਥੇ ਪ੍ਰਕਾਸ਼ ਮਹਿਲ ਹੈ, ਜਿੱਥੇ ਉਹ ਸਾਰਿਆਂ ਦਾ ਸਾਂਝਾ ਹੈ, ਸਰੀਰ ਤੋਂ ਉੱਪਰ ਹੈ, ਜਿਹਦੇ ਵਿੱਚ ਫਿਰ ਅਸੀਂ ਸਫ਼ਰ ਕਰਦੇ ਹਾਂ, ਜਿਹਦੇ ਵਿੱਚ ਅਸੀਂ ਵਿਚਾਰ ਕਰਦੇ ਹਾਂ। ਸੁਖ ਮਹਿਲ ਹੈ, ਪ੍ਰਕਾਸ਼ ਮਹਿਲ ਹੈ, ਉਨਮਨ ਮਹਿਲ ਹੈ। ਇਸੇ ਤਰੀਕੇ ਮਹਾਰਾਜ ਕਹਿੰਦੇ ਵੀ ਉਹ ਰਸਤਾ ਜਿਹੜਾ ਤੁਹਾਡਾ ਅੰਦਰ ਵਾਲਾ ਹੈ, ਉਹ ਸ਼ੁਰੂ ਹੁੰਦਾ ਹੈ ਨਿਜ ਮੰਦਰ ਤੋਂ। ਜਦੋਂ ਤੁਸੀਂ ਵਿਚਾਰਾਂ ਦੀ ਪਰਤ ਤੋਂ, ਆਕਾਰਾਂ ਦੀ ਪਰਤ ਤੋਂ, ਸੁਣ ਦੀ ਪਰਤ ਨੂੰ, ਇਹ ਜੋ ਧੁੰਦ ਹੈ, ਚਾਹੇ ਜੋ ਜਿੰਨਾ ਵੀ ਇਹ ਸਾਰਾ ਹੈ, ਇਹ ਸਾਰਿਆਂ ਦੀ ਪਰਤ ਨੂੰ ਕੱਟਦੇ ਹੋਏ ਜਦੋਂ ਤੁਸੀਂ ਆਪ ਦੇ ਮਨ ਨੂੰ ਇਹਨਾਂ ਪਰਤਾਂ ਤੋਂ ਉੱਪਰ ਚੁੱਕ ਕੇ ਇੱਕ ਦ੍ਰਿਸ਼ਟ ਕਰਕੇ ਸ਼ਬਦ ਦਾ ਸਹਾਰਾ ਲੈ ਕੇ, ਗੁਰਮੰਤਰ ਦਾ ਸਹਾਰਾ ਲੈ ਕੇ ਤੁਸੀਂ 9 ਦਰਵਾਜ਼ਿਆਂ ਤੋਂ ਮਨ ਨੂੰ ਅਲੱਗ ਕਰਨਾ। ਉਸ ਤੋਂ ਬਾਅਦ ਧਿਆਨ ਦੇ ਵਿੱਚ ਜਿਹੜਾ ਸ਼ਬਦ ਚੱਲਦਾ ਹੈ, ਸੱਚੇ ਸ਼ਬਦ ਦਾ ਸਹਾਰਾ ਲੈ ਕੇ ਤੁਸੀਂ ਇਹ ਸੁਣ ਨੂੰ ਪਾਰ ਕਰਕੇ ਮਨ ਦੀ ਇੱਕ ਦ੍ਰਿਸ਼ਟੀ ਦੁਆਰਾ ਤੁਸੀਂ ਸੱਚ ਦੇ ਸਨਮੁਖ ਹੋਣਾ। ਜਦੋਂ ਅਸੀਂ ਸ਼ਬਦ ਦੇ ਵਿੱਚ ਸਮਾਉਂਦੇ ਹਾਂ, ਸਾਡੇ ਮਨ ਦਾ, ਜੇਕਰ ਤੁਸੀਂ ਪਵਨ ਤੋਂ ਵੱਖ ਹੋ ਕੇ, ਸਰੀਰ ਤੋਂ ਵੱਖ ਹੋ ਕੇ ਸ਼ਬਦ ਨੂੰ ਸੁਣੋਗੇ, ਸਹਿਜ ਸੁਭਾਏ ਸਾਡੇ ਮਨ ਦਾ ਬੈਲੈਂਸ ਇੱਕ ਹੋ ਜਾਂਦਾ ਹੈ, ਕਿਉਂਕਿ ਨਾਮ ਦੇ ਵਿੱਚ ਤਾਕਤ ਬਹੁਤ ਹੈ, ਤੇ ਨਾਮ ਹੈ ਹੀ ਅਟਲ, ਅਦ੍ਰਿਸ਼ਟ ਹੈ, ਅਲੱਖ ਹੈ। ਜਦੋਂ ਉਹਦੇ ਵਿੱਚ ਸੁਰਤੀ ਜੁੜਨੀ ਆ ਤੇ ਪ੍ਰਕਾਸ਼ ਨੇ ਹੋਣਾ ਹੀ ਹੋਣਾ, ਮਾਲਕ ਦੇ ਸਨਮੁਖ ਹੋਣਾ ਹੀ ਹੋਣਾ, ਤੇ ਉਸੇ ਨੂੰ ਹੀ ਗੁਰ ਕਿਹਾ। ਪਹਿਲਾ ਗੁਰ ਤਾਂ ਇਹ ਹੈ, ਜੁਗਤ ਇਹ ਹੈ ਵੀ ਮਨ ਪਾਉਣ ਤੋਂ ਵੱਖ ਹੋਣਾ ਸਿੱਖ ਗਿਆ, ਉਹਨੂੰ ਗੁਰ ਕਹਿ ਦਿੱਤਾ ਕਿ ਮਨ ਨੂੰ ਪਾਉਣ ਤੋਂ ਵੱਖ ਕੀਤਾ, ਵਿਚਾਰਾਂ ਤੋਂ ਵੱਖ ਕੀਤਾ। ਫਿਰ ਉਹ ਸ਼ਬਦ ਦੇ ਵਿੱਚ ਜਦੋਂ ਸਮਾਇਆ, ਜਿਹਨੂੰ ਕਹਿੰਦੇ ਗੁਰ ਕੀ ਸੁਰਤ ਨਿਕਟ ਕਰ ਜਾਣ, ਗੁਰ ਕਾ ਸ਼ਬਦ ਸਤ ਕਰ ਮਾਣ। ਜੋ ਸਤਿਗੁਰ ਦੇ ਵਿੱਚੋਂ ਸ਼ਬਦ ਨਿਕਲਦਾ, ਆਪਦੀ ਸੁਰਤੀ ਨੂੰ ਉਸ ਸ਼ਬਦ ਨਿਕਟ ਕੀਤਾ, ਗੁਰ ਕੀ ਸੁਰਤ ਨਿਕਟ ਕਰ ਜਾਣ, ਗੁਰ ਕਾ ਸ਼ਬਦ ਸਤ ਕਰ ਮਾਣ। ਉੱਥੇ ਸਤ ਕਰਕੇ ਉਹਨੂੰ ਮੰਨਿਆ, ਉਹਦੇ ਵਿੱਚ ਇੱਕ ਚਿੱਤ ਹੋਇਆ, ਇਹ ਸਰੀਰ ਨੂੰ ਭੁੱਲਿਆ,
फिर उत्थे गुर परमेश्वर गुर गोविंद गुर दाता दयाल बख्शिंद गुर चरनी जाका मन लागा नानक दास ते सपूर्ण भागा। सहज सुभाए साडा मन इस निज मंदिर तो इशनान करदा उपर सुख महल दे विच जाके विराजमान हो जाता है। ये शरीर दे नालों संपर्क टुट जाता है, शरीर दे उपर आत्मा दा राज हो जाता है। ते ये सीधा सारे जे कोई कहे भी सीधा कित्थे जोत आ या किहड़ी तुसीं खेल की गल करदे हो, सीधा नहीं विखना, क्योंकि तन दी अखां नाल तां बिल्कुल नहीं विखना। तन दी अखां सरगुण नूं वेख सकदियां ने ते मन दी अखां सच नूं, मन दा ध्यान जिहड़ा है, मन उदों सच अनुभव करेगा जदों मन तरीके द्वारा मन इस चंद सूरज की जोत नूं सम करके पाउण तो वख हो के ते इस सुन तो, इस सुन की चादर तो हट के उस सच दे विच ध्यान लाएगा, या इस सुन की चादर नूं पाड़ के उस सच नूं देखेगा। वो हुण जोर दे नाल तां फटनी नहीं, भी कोई जोर मारिया फटनी, या कोई उन्होंने कहना भी पासे हो जा तां, या कोई उत्थे शब्द बोलना है बई पासे होवो जी, खुल जा जी, सिम सिम, इस तरह नहीं। उत्थे कोई गलबात ये दुनियावी भाषा च नहीं, उत्थे ध्यान दे विच अनुभव भाषा ही आ। जेकर तुसी जुगत दा इस्तेमाल कीता, वो किहड़ी जुगत आ? विचारां नूं छड्डिया, किवें छड्डिया? गुरु वाहिगुरु वाहिगुरु, जिन्हों कहते संत प्रसाद जपिया अविनाशी। संतां तो तरीका पुछ के, संतां तो तरीका लैके, संतां दे दस्से मुताबक उन्होंने जपिया, अविनाशी नूं जपिया है ना। फिर कहते रैण दिनस प्रभ सेव कमानी, हर मिलने की ये निशानी। दिन रात जिहड़ा जप के ध्यान द्वारा आराध के ज्ञान द्वारा जो मालिक नाल को जुड़िया रहिंदा है, ये निशानी आ भी मालिक मिल गया उन्होंने। रैण दिनस प्रभ सेव कमानी, हर मिलने की ये निशानी। फिर किस तरह कहते, जदों फिर जप के विचारां तो अड हो गया मन, उस तो बाद फिर आप दे ध्यान नूं तुसीं इन्हां नेत्रां तो मन दे ध्यान नूं उपर चकना है, नेत्रां दा ध्यान एक करना। कहते मिटे जंजाल होए प्रभ दयाल। जंजाल किहड़े? जिहड़े विचार आउंदे पे सी, सुरती बिखरी हुई सी, वो जंजाल मिट के शब्द जप के। मिटे जंजाल प्रभ होए दयाल, गुर का दर्शन देख निहाल। उत्थे फिर गुर दा दर्शन होया, किहड़े दा? प्रकाश रूपी गुर दा। गुर की मूरत मन में ध्यान, वो गुर किहड़ा? शब्द रूपी गुर दा प्रकाश होया। गुर का दर्शन देख निहाल, परा पूर्वला कर्म बन आया, हर के गुण नित रसना गाया। कहते परा पूर्वला कोई जुगां दे जुगा जगंतरां दी कमाई दा वो कर्म प्रगट हुंदा है, वो इस तरह फिर गुरमुख अंतरगत जाके फिर वो नाम दी जोत दे दर्शन करदे आ। ते जदों जिहड़ा जीव दर्शन कर लैंदा उस देश विच तां कोई जाप नहीं, कोई उत्थे पंजाबी हिंदी इंग्लिश भाषा नहीं, उत्थे तां ध्यान दी ही भाषा है, ध्यान ही है। ध्यान दे विच अनुभव करी जाना। ते इधर जदों असीं इस शरीर दे विच आ गए ते फिर इस जीवा दे नाल हर के गुण नित रसना गाया। फिर असीं गुण गाउने आ, तां कि जदों मन इस शरीर दे विच आ गया, वो जोत वो ध्यान इस शरीर दे विच प्रवेश कर गई, ते इत्थे काल दा जाल इहदे उपर ना पए, पंजां दे विचार ना चलन, रसना द्वारा गा गा के असीं अमृत बचन इस्तेमाल करके सारा दिन इस शरीर दे विच ठंडक वरताउणी हुंदी आ। हुण जिहड़ी आत्मा है, आत्मा प्रकाश रूप है, पर साडे शरीर विच आकार स्वरूप है। इसे तरीके मन भी जिहड़ा प्रकाश रूप है, पर शरीर विच जिहड़ा है वो आकार स्वरूप है। मन ने आप दा आकार पहचानिया ते आप दी जोत पहचानी, फिर आत्मा दे आकार दे दर्शन कीते ते आत्मा दी जोत नूं पहचानी, ते निरंकार जिहड़े ने वो प्रकाश दा सोमा है, जिंदे विचों आत्मा भी प्रगट होई है, मन भी प्रगट होया। पर जिहड़ा नाम सुनदा है, नाम किसी भी आकार दे विच नहीं हैगा। नाम एक धुन है, धुन शक्ति है, जो कि
ਬ੍ਰਹਮ ਦੇ ਵਿੱਚੋਂ, ਅਖਾਲੀ ਦੇ ਵਿੱਚੋਂ ਪ੍ਰਗਟ ਹੋ ਕੇ ਸੁਖਮਨ ਦੇ ਰਾਹੀਂ ਸਾਡੇ ਅੰਦਰ ਇਸ ਸਰੀਰ ਦੇ ਵਿੱਚ ਪ੍ਰਵੇਸ਼ ਹੋ ਰਹੀ ਹੈ। ਅਤੇ ਜਦੋਂ ਅਸੀਂ ਇੱਥੋਂ ਤਲ ਕਾ ਬ੍ਰਹਮ ਲੈ ਗਗਨ ਚੜਾਵੇ, ਇਸ ਤਲ ਤੋਂ ਸੁਰਤੀ ਨੂੰ ਜੋੜਿਆ ਉਸ ਨਾਮ ਦੇ ਨਾਲ, ਨਾਭ ਕਾਠ ਤੋਂ ਜੋੜਿਆ, ਅਤੇ ਸੁਰਤੀ ਨਾਮ ਨੂੰ ਪਕੜ ਕਰਦੀ ਸਿੱਧੀ ਉੱਪਰ ਆ ਮਸਤਕ ਤੋਂ ਉੱਪਰ ਬ੍ਰਹਮ ਦੇ ਵਿੱਚ ਚਲੀ ਗਈ, ਉਸ ਨਾਮ ਦੇ ਵਿੱਚ ਸਮਾ ਕੇ ਗਈ। ਕਈ ਜੀਵ ਧੱਕਾ ਕਰਦੇ ਆ ਵੀ ਤ੍ਰੈਕੁਟੀ 'ਤੇ ਧਿਆਨ ਲਾਉਣਾ, ਜਾਂ ਆਪ ਦੇ ਧਿਆਨ ਨੂੰ ਵਿਚਾਰਾਂ ਤੋਂ ਜਾਂ ਪਾਉਣ ਤੋਂ ਵੱਖ ਨਹੀਂ ਕਰਦੇ, ਸਿੱਧਾ ਹੀ ਥੋੜ੍ਹਾ ਜਿਹਾ ਸਿਮਰਨ ਕੀਤਾ, ਧਿਆਨ ਨੂੰ ਕਿਤੇ ਉੱਪਰ ਲੈ ਜਾਂਦੇ ਆ, ਤਾਲੂ 'ਤੇ ਲਾ ਲਿਆ, ਮਸਤਕ 'ਤੇ ਲਾ ਲਿਆ, ਥੋੜ੍ਹਾ ਟਾਈਮ ਉਹ ਸੁੱਖ ਜਿਹਾ ਬਣਦਾ, ਉਸ ਤੋਂ ਬਾਅਦ ਕਹਿੰਦੇ ਜੀ ਗੱਲ ਨਹੀਂ ਬਣੀ। ਗੱਲ ਉਦੋਂ ਬਣਨੀ ਹੈ ਜਦੋਂ ਸਭ ਤੋਂ ਪਹਿਲਾਂ ਮੈਂ ਪਹਿਲੋਂ ਜਿਹੜੀ ਆਪਾਂ ਵਿਚਾਰ ਕੀਤੀ ਆ ਨਾ, ਮਿਟੇ ਜੰਜਾਲ ਪ੍ਰਭ ਹੋਏ ਦਿਲ। ਜੰਜਾਲ ਪਹਿਲੋਂ ਜਿਹੜੀ ਕੂੜ ਦੀ ਪਾਲ ਆ, ਜਿਹੜੇ ਵਿਚਾਰ ਚੱਲਦੇ ਪਏ ਨੇ, ਜਿੱਥੇ ਮਨ ਫਸਿਆ ਉਹਦੇ ਤੋਂ ਮਨ ਨੂੰ ਪਾਉਣ ਤੋਂ ਤਾਂ ਵੱਖ ਕਰੋ ਨਾ। ਉਹ ਫਿਰ ਆਪਾਂ ਨੂੰ ਸੰਗਤ ਦੇ ਵਿੱਚ ਬਿਠਾ ਕੇ ਤਰੀਕਾ ਸਮਝਾਇਆ ਜਾਂਦਾ ਹੈ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਗੋਪਾਲ ਕੋ ਜਸ ਗਾਓ ਪ੍ਰਾਣੀ, ਅਕਥ ਕਥਾ ਸਾਚੀ ਪ੍ਰਭ ਪੂਰਨ, ਜੋਤੀ ਜੋਤ ਸਮਾਣੀ। ਕਹਿੰਦੇ ਮਾਲਕ ਦੀ ਜੋਤ ਦੇ ਵਿੱਚ ਜੋਤ ਉਦੋਂ ਸਮਾਉਂਦੀ ਹੈ ਜਦੋਂ ਤੁਸੀਂ ਅਕਥ ਕਥਾ, ਜਿਹੜੀ ਸੱਚੀ ਅਕਥ ਕਥਾ ਤੁਹਾਨੂੰ ਕੋਈ ਕਰਕੇ ਸੁਣਾਊਗਾ, ਉਹਨੂੰ ਸੁਣ ਕੇ ਤੁਸੀਂ ਕਮਾਓਗੇ। ਅਤੇ ਫਿਰ ਕਹਿੰਦੇ ਅਕਥ ਕਥਾ ਸਾਚੀ ਪ੍ਰਭ ਪੂਰਨ। ਇੰਨੀ ਅਕਥ ਕਥਾ ਨੂੰ ਵਡਿਆਈ ਦਿੱਤੀ ਆ ਵੀ ਜਦੋਂ ਸੰਗਤ ਵਿੱਚ ਬੈਠ ਕੇ ਅਸੀਂ ਅਕਥ ਕਥਾ ਨੂੰ ਸੁਣ ਕੇ ਸਮਝ ਜਾਈਏ ਅਤੇ ਸਹਿਜ ਸੁਭਾਅ ਹੀ ਸਾਡਾ ਮਨ ਉਹ ਰਸਤਾ ਅਖਤਿਆਰ ਕਰ ਜਾਂਦਾ ਹੈ। ਉਸ ਰਸਤੇ ਦੇ ਉੱਪਰ ਸਾਡੀ ਸੁਰਤੀ ਚੱਲਣਾ ਸ਼ੁਰੂ ਕਰ ਦਿੰਦੀ ਹੈ ਅਕਥ ਕਥਾ ਨੂੰ ਸੁਣ ਕੇ ਹੀ। ਅਕਥ ਕਥਾ ਸਾਚੀ ਪ੍ਰਭ ਪੂਰਨ, ਜੋਤੀ ਜੋਤ ਸਮਾਣੀ। ਉੱਥੇ ਜੋਤ ਦੇ ਵਿੱਚ ਜੋਤ ਸਮਾਉਣ ਦਾ ਤਰੀਕਾ ਦੱਸਦੇ ਆ। ਅਤੇ ਜਦੋਂ ਆਪਾਂ ਸਾਧੂਆਂ ਦੀ ਸੰਗਤ ਕਰਨੇ ਆ, ਅਤੇ ਵੇਖੋ ਸਹਿਜ ਸੁਭਾਈ ਮਨ ਜਿਹੜਾ ਵਿਚਾਰਾਂ ਤੋਂ ਰਹਿਤ ਹੋ ਜਾਂਦਾ। ਤਾਂ ਹੀ ਤਾਂ ਮਹਾਰਾਜ ਨੇ ਕਿਹਾ, ਸਾਧ ਕੇ ਸੰਗ ਨਾਹੀਂ ਕਿਛ ਘਾਲ। ਉੱਥੇ ਘਾਲਣਾ ਨਹੀਂ ਘਾਲਣੀ ਪੈਂਦੀ, ਕਿਉਂਕਿ ਦ੍ਰਿਸ਼ਟੀ ਵਰਕ ਕਰਦੀ ਹੈ। ਸਾਧੂ ਦੀ ਦ੍ਰਿਸ਼ਟੀ ਸੱਚ 'ਚ ਨਾਮ 'ਚ ਸਮਾਈ ਆ। ਜਦੋਂ ਨਾਮ ਅਤੇ ਸੱਚ ਵਿੱਚ ਸਮਾਈ ਹੋਈ ਦ੍ਰਿਸ਼ਟੀ ਸਾਡੇ ਉੱਪਰ ਪੈਂਦੀ ਆ, ਸਹਿਜ ਸੁਭਾਅ ਹੀ ਇਹ ਨਾਮ ਅਤੇ ਸੱਚ ਦਾ ਪਹਿਰਾ ਸਾਡੇ ਉੱਪਰ ਆ ਜਾਂਦਾ। ਪੰਜ ਪਿੱਛੇ ਹਟ ਜਾਂਦੇ ਆ, ਮਨ ਵਿਚਾਰਾਂ ਤੋਂ ਅਤੇ ਪਾਉਣ ਤੋਂ ਵੱਖ ਹੋ ਕੇ ਦਰ 'ਤੇ ਆ ਜਾਂਦਾ। ਇੰਨੀ ਵੱਡੀ ਘਾਲਣਾ ਹੈ। ਤਾਂ ਹੀ ਤਾਂ ਅਸੀਂ ਕਹਿੰਦੇ ਹਾਂ ਵੀ ਸੰਗਤ ਕਰਨੀ ਬਹੁਤ ਜ਼ਰੂਰੀ ਆ। ਚਲੋ ਕਈ ਗੁਰਮੁਖਾਂ ਦੇ ਤਾਂ ਕੋਈ ਭਾਗ ਜਾਂ ਕਰਮ ਜਾਂ ਕੋਈ ਦੇਸ਼ ਵਿਦੇਸ਼ ਕਰਕੇ ਦੂਰੀ ਹੁੰਦੀ ਆ, ਉਹ ਨਹੀਂ ਕਰ ਸਕਦੇ, ਪਰ ਸੰਗਤ ਦਾ ਲਾਹਾ ਜਿੱਥੇ ਪੂਰਨ ਸਾਨੂੰ ਸਿੱਖਿਆ ਹੋਵੇ ਉੱਥੇ ਅਸੀਂ ਜਾਣਾ ਹੁੰਦਾ। ਅਤੇ ਮਹਾਰਾਜ ਫਿਰ ਜਦੋਂ ਆਪਾਂ ਉੱਥੇ ਜਾਂਦੇ ਹਾਂ, ਪਾਉਣ ਤੋਂ ਵੱਖ ਕੀਤਾ। ਪਾਉਣ ਤੋਂ ਵੱਖ ਕੀਤਾ ਭਾਵ ਕਿ ਸਾਡਾ ਮਨ ਜਿਹੜਾ ਹੈ ਵਿਚਾਰਾਂ ਨੂੰ ਰਹਿਤ ਹੋ ਗਿਆ। ਸਿਰਫ ਜੋ ਸਿਮਰਨ ਚੱਲਦਾ ਹੈ ਉਹਦੇ ਵਿੱਚ ਜਦੋਂ ਸਾਡਾ ਧਿਆਨ ਟਿਕ ਜਾਵੇ, ਬਸ ਇਕੱਲਾ ਗੁਰਮੰਤਰ ਹੀ ਮਹਿਸੂਸ ਹੋ ਰਿਹਾ ਹੈ, ਹੋਰ ਸਾਰਾ ਸਰੀਰ ਆਨੰਦ 'ਚ ਹੋ ਗਿਆ। ਜਾਂ ਜਦੋਂ ਅਸੀਂ ਕਥਾ ਵਿੱਚ ਬੈਠੇ ਹੁੰਦੇ ਹਾਂ, ਲਾਈਵ ਸੰਗਤ ਦੇ ਵਿੱਚ ਬੈਠੇ ਹੁੰਦੇ ਹਾਂ, ਸਾਨੂੰ ਸਰੀਰ ਆਨੰਦ 'ਚ ਹੋ ਜਾਵੇ, ਮੱਠਾ ਮੱਠਾ ਆਨੰਦ ਆ ਰਿਹਾ ਹੈ, ਮਾੜਾ ਮਾੜਾ ਅਨਹਦ ਧੁਨ ਸੁਣ ਰਹੀ ਹੈ, ਮੁੱਖ ਮਿੱਠਾ ਹੋ ਰਿਹਾ ਅਤੇ ਸਾਧ ਦੇ ਬਚਨ ਸਾਡੇ ਕੰਨਾਂ 'ਚ ਪੈ ਰਹੇ, ਉਹ ਮਨ ਪਾਉਣ ਤੋਂ ਵੱਖ ਹੋ ਗਿਆ, ਦਰ 'ਤੇ ਆ ਕੇ ਆਪਦੇ ਘਰ ਦੀ ਕਹਾਣੀ ਸੁਣਦਾ ਪਿਆ। ਉਸ ਤੋਂ ਬਾਅਦ ਫਿਰ ਅਸੀਂ ਜਦੋਂ ਇਸ ਤਰ੍ਹਾਂ ਬੈਠੇ ਥੋੜ੍ਹਾ ਜਿਹਾ ਸਿਮਰਨ ਨੂੰ ਅਰਾਧਿਆ, ਜਿਹੜਾ ਅੰਦਰ ਤੁਹਾਡੇ ਸ਼ਬਦ ਚੱਲਦਾ ਪਿਆ ਉਹਨੂੰ ਅਨੁਭਵ ਕੀਤਾ, ਨਾਲ ਥੋੜ੍ਹਾ ਥੋੜ੍ਹਾ ਸਿਮਰਨ ਨੂੰ ਅਰਾਧਿਆ, ਅਤੇ ਉਹ ਸਹਿਜ ਸੁਭਾਅ ਹੀ ਸ਼ਬਦ ਦੇ ਵਿੱਚ ਜਦੋਂ ਸਾਡਾ ਧਿਆਨ ਟਿਕਿਆ, ਉਹ ਆਨੰਦ ਬਣਿਆ। ਸਾਡੀ ਸੁਰਤੀ ਨੂੰ ਆਹ ਨਾਸਕਾ ਅਤੇ ਆਹ ਦੋਨਾਂ ਨੇਤਰਾਂ ਤੋਂ ਸ਼ਬਦ ਚੱਕ ਕੇ ਉੱਪਰ ਲੈ ਜਾਂਦਾ, ਮਸਤਕ ਵਾਲੇ ਪਾਸੇ ਲੈ ਜਾਂਦਾ, ਆਪਦੇ ਘਰ ਵਿੱਚ ਲੈ ਜਾਂਦਾ। ਉਹ ਕੋਈ ਇਸੇ ਮਾਸ ਦੇ ਮਸਤਕ ਵਿੱਚ ਨਹੀਂ ਧਿਆਨ ਲੱਗਦਾ, ਇੱਕ ਇਸ਼ਾਰਾ ਹੈ ਵੀ ਮਸਤਕ ਵਾਲੇ ਪਾਸੇ ਸੁਰਤੀ ਉੱਪਰ ਨੂੰ ਟਰੈਵਲ ਕਰਦੀ ਹੈ। ਉੱਪਰ ਨੂੰ ਟਰੈਵਲ ਕਰਦੀ ਹੈ, ਸਰੀਰ ਭੁੱਲ ਜਾਂਦਾ ਅਤੇ ਜਿੱਥੇ ਸ਼ਬਦ ਦਾ ਘਰ ਹੈ, ਸ਼ਬਦ ਨੇ ਸੁਰਤੀ ਨੂੰ ਉੱਥੇ ਲੈ ਜਾਣਾ। ਅਤੇ ਉੱਥੇ ਕੀ ਹੈ, ਤਿੱਥੇ ਅਵਰ ਨਾ ਕੋਏ ਹਰ ਅੰਮ੍ਰਿਤ ਸੋਏ। ਉੱਥੇ ਇਹ ਸਰੀਰ ਜਾਂ ਇੱਥੋਂ ਦੀ ਦੁਨੀਆ ਨਹੀਂ, ਜਾਂ ਮਾਲਕ ਹੈ ਅਤੇ ਜਾਂ ਮਾਲਕ ਵਿੱਚ ਸਮਾਇਆ ਹੋਇਆ ਅੰਮ੍ਰਿਤ ਹੈ। ਇੱਕ ਤਾਂ ਅੰਮ੍ਰਿਤ ਆਪਾਂ ਪਾਉਣ ਦੁਆਰਾ ਇਹ ਜੀਭਾ ਦੇ ਉੱਪਰ ਪੀਂਦੇ ਹਾਂ ਨਾ, ਉਹ ਜਿਹੜਾ ਅੰਮ੍ਰਿਤ ਹੈ ਉਹ ਮਾਲਕ ਦਾ ਪ੍ਰਕਾਸ਼ ਹੀ ਅੰਮ੍ਰਿਤ ਹੈ। ਉਹਦੇ ਵਿੱਚ ਸਮਾਨ ਅਤੇ ਮਨ ਚਾਰਜ ਹੋ ਜਾਂਦਾ ਹੈ। ਉਹ ਅੰਮ੍ਰਿਤ ਸਹਿਜ ਸੁਭਾਏ ਸੂਖਮ ਮਨ ਦੇ ਵਿੱਚ ਪ੍ਰਵੇਸ਼ ਕਰਦਾ ਹੈ। ਅਪਿਓ ਪਿਆਇਆ, ਜੀਵਤ ਹੋਇਆ ਆਇਆ। ਅਪਿਓ ਜਿਹੜਾ ਕਿ ਮੂੰਹ ਦੁਆਰਾ ਨਾ ਪੀਤਾ ਜਾਵੇ, ਸਿੱਧਾ ਦ੍ਰਿਸ਼ਟੀ ਦੁਆਰਾ ਪ੍ਰਵੇਸ਼ ਹੋ ਜਾਵੇ। ਹੁਣ ਮਾਲਕ ਨੂੰ ਨਮਸਕਾਰ ਕਿਵੇਂ ਹੋਏਗੀ? ਜੇ ਮਾਲਕ ਦੇ ਸਾਹਮਣੇ ਹੋ ਜਾਈਏ, ਸਿਰ ਵੀ ਨਹੀਂ ਝੁਕਣਾ ਅਤੇ ਅੱਖਾਂ ਵੀ ਨਹੀਂ ਝੁਕਣੀਆਂ, ਕਿਉਂਕਿ ਨੂਰ ਹੀ ਆ। ਜਦੋਂ ਸਾਹਮਣੇ ਦ੍ਰਿਸ਼ਟੀ 'ਚ ਦ੍ਰਿਸ਼ਟੀ ਸਮਾ ਗਈ,
ਮਨ ਦਾ ਧਿਆਨ, ਮਨ ਦੀ ਦ੍ਰਿਸ਼ਟੀ, ਮਨ ਦਾ ਆਕਾਰ ਮਾਲਕ ਦੇ ਸਨਮੁਖ ਹੋ ਗਿਆ, ਉੱਥੇ ਸਿਰ ਕਿਹਨੂੰ ਝੁਕਾਏਗਾ, ਉੱਥੇ ਅੱਖਾਂ ਕਿਹਨੂੰ ਝੁਕਾਏਗਾ? ਉਹ ਇੱਕ ਧਿਆਨ ਦੇ ਵਿੱਚ ਹੀ ਨਮਸਕਾਰ ਹੋਈ। ਨਮਸਕਾਰ ਪੂਰੇ ਗੁਰਦੇਵ, ਸੇਵਕ ਲਾਇਓ ਆਪਣੀ ਸੇਵ। ਪੂਰਾ ਗੁਰੂ ਉਹ ਮਾਲਕ ਪ੍ਰਕਾਸ਼ ਆਪ ਦੀ ਧੁਨ ਦੀ ਸ਼ਕਤੀ ਦੇ ਨਾਲ 9 ਦਰਵਾਜ਼ਿਆਂ ਨੂੰ ਪਾਰ ਕਰਾ ਕੇ ਆਪ ਦੇ ਸਾਹਮਣੇ ਲੈ ਆਇਆ। ਉੱਥੇ ਮਨ ਦੇ ਸਵਾਸ ਜਮ੍ਹਾਂ ਹੋ ਰਹੇ ਨੇ, ਉੱਥੇ ਮਨ ਨੂੰ ਨਾਮ ਦਾ ਧਨ ਮਿਲਣਾ ਸ਼ੁਰੂ ਹੋ ਗਿਆ, ਉੱਥੇ ਮਨ ਦੀ ਪਾਵਰ ਜਮ੍ਹਾਂ ਹੋ ਰਹੀ ਹੈ। ਹੁਣ ਉਸ ਸਟੇਜ ਦੇ ਵਿੱਚ ਕੌਣ ਨੇ? ਸੱਚ ਦੇ ਸਨਮੁਖ ਹੋ ਕੇ ਕੌਣ ਬੈਠਾ ਹੈ? ਜਾਂ ਤਾਂ ਮਨ ਹੈ ਤੇ ਜਾਂ ਸ਼ਬਦ ਗੁਰੂ ਹੈ। ਗੁਰੂ ਤੇ ਮਨ ਭਾਈਵਾਲੀ ਬਣ ਕੇ ਉੱਥੇ ਸੱਚ ਦੇ ਸਨਮੁਖ ਹੋ ਕੇ ਕਿਰਤ ਕਰਦੇ ਨੇ। ਮਿਹਰ ਦਇਆ ਕਰ ਕਰਨੇ ਹਾਰ, ਭਗਤ ਬੰਦਗੀ ਦੇ ਸਿਰਜਣਹਾਰ। ਉੱਥੇ ਭਗਤ ਤੇ ਬੰਦਗੀ ਦਿੰਦਾ, ਮਿਹਰ ਕਰਦਾ ਹੈ। ਮਿਹਰ ਦਇਆ ਕਰ ਕਰਨੇ ਹਾਰ, ਭਗਤ ਬੰਦਗੀ ਦੇ ਸਿਰਜਣਹਾਰ। ਕਹੋ ਨਾਨਕ ਗੁਰ ਖੋਏ ਭਰਮ, ਏਕੋ ਅੱਲੋ ਪਾਰ ਬ੍ਰਹਮ। ਭਰਮ ਸਾਰਾ ਖਤਮ ਹੋ ਗਿਆ। ਤੇ ਇਹ ਕਿਉਂਕਿ ਭਰਮ ਕਿਹਦੇ ਵਿੱਚ ਸੀ? ਇਸ ਸਰੀਰ ਵਿੱਚ ਸੀ, ਇਸ ਪਾਉਣ ਦੇ ਵਿੱਚ ਸੀ। ਇਹਨਾਂ ਗਿਆਨ ਇੰਦਰੀਆਂ ਨੂੰ ਅਸੀਂ ਜਦੋਂ ਦੇਖਦੇ ਹਾਂ, ਯੂਜ ਕਰਦੇ, ਤੇ ਭਰਮ ਹੈ, ਕਿਉਂਕਿ ਇਹ ਦੇਸ਼ ਹੀ ਭਰਮ ਦਾ ਹੈ। ਜਿਵੇਂ ਹੀ ਮਨ ਇਹਦੇ ਵਿੱਚ ਆ ਕੇ ਨੇਤਰ ਖੋਲ੍ਹੇਗਾ, ਗਿਆਨ ਇਹਦੇ ਭਰਮ ਸ਼ੁਰੂ ਹੋ ਜਾਏਗਾ। ਪਰ ਜੇ ਨੇਤਰਾਂ ਨੂੰ ਬੰਦ ਕਰਕੇ ਸਰਗੁਣ ਤੋਂ ਉੱਪਰ ਉੱਠ ਕੇ ਜਿੱਥੇ ਸੁਪਨੇ ਵਿੱਚ ਸਹਿਜ ਸਬਾਏ ਅਸੀਂ ਚਲੇ ਜਾਂਦੇ ਹਾਂ, ਉਸੇ ਅਵਸਥਾ ਜਾਗਤ ਅਵਸਥਾ ਵਿੱਚ ਅਸੀਂ ਚਲੇ ਗਏ। ਭਰਮ ਖਤਮ, ਜਾਂ ਸ਼ਬਦ ਹੈ ਜਾਂ ਸੱਚ। ਹੁਣ ਸੱਚ ਦੇ ਵਿੱਚ ਜਦੋਂ ਧਿਆਨ ਲੱਗ ਗਿਆ, ਸ਼ਬਦ ਪਿੱਛੇ ਹਟ ਜਾਂਦਾ। ਉਹਦੇ ਵਿੱਚ ਮਨ ਜਦੋਂ ਸਮਾਇਆ, ਉੱਥੇ ਫਿਰ ਕੋਈ ਭਾਸ਼ਾ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਜਿਵੇਂ ਮਨ ਤੈਰਦਾ ਹੈ, ਜਿਵੇਂ ਕੋਈ ਜੀਵ, ਆਮ ਤੌਰ 'ਤੇ ਕਈ ਗੁਰਮੁਖ ਹੁੰਦੇ ਨਾ, ਉਹਨਾਂ ਨੂੰ ਤੈਰਾਕੀ ਦਾ ਇੰਨਾ ਹਿਸਾਬ ਹੁੰਦਾ ਹੈ ਵੀ ਵੈਸੇ ਵੀ ਜਿਵੇਂ ਜਿਹੜਾ ਪਾਣੀ ਹੈ ਨਾ, ਉਹ ਜਿਉਂਦੇ ਸਰੀਰ ਨੂੰ ਉੱਪਰ ਹੀ ਚੱਕ ਲੈਂਦਾ। ਆਪਾਂ ਦੇਖਦੇ ਹਾਂ ਵੀ ਉਹ ਨਹਿਰ ਦੇ ਵਿੱਚ ਸਰੀਰ ਨੂੰ ਢਿੱਲਾ ਛੱਡ ਦਿੰਦੇ ਆ, ਜਿਵੇਂ ਕੋਈ ਲਾਸ਼ ਰੁੜੀ ਆਉਂਦੀ ਆ ਨਾ, ਅਤੇ ਇਸੇ ਤਰੀਕੇ ਕਈਆਂ ਨੂੰ ਇੰਨਾ ਹਿਸਾਬ ਹੁੰਦਾ, ਐਂ ਸਰੀਰ ਨੂੰ ਢਿੱਲਾ ਛੱਡਦੇ ਆ, ਉਹ ਅਤੇ ਨਹਿਰ ਦਾ ਪਾਣੀ ਉਹਨਾਂ ਨੂੰ ਆਪੇ ਹੀ ਰੁੜਦਾ ਜਾਂਦਾ। ਇਸੇ ਤਰੀਕੇ ਵੀ ਜਿਵੇਂ ਇੱਕ ਲਾਸ਼ ਪਾਣੀ ਦੇ ਵਿੱਚ ਰੁੜੀ ਆ ਰਹੀ ਆ, ਜਾਂ ਇੱਕ ਜੀਂਦਾ ਵਿਅਕਤੀ ਆ, ਪਾਣੀ ਥੱਲੇ ਚੱਲ ਰਿਹਾ ਅਤੇ ਸਵਾਸ ਚੱਲਦੇ ਆ, ਰੁੜਿਆ ਆ ਰਿਹਾ, ਉਹਨੂੰ ਕੋਈ ਪਤਾ ਨਹੀਂ। ਇਸੇ ਤਰੀਕੇ ਇੱਕ ਮਨ ਉਸ ਸੱਚ ਦੇ ਵਿੱਚ ਜਾ ਕੇ ਸਮਾ ਜਾਂਦਾ, ਉਹਦਾ ਕੋਈ ਵਿਚਾਰ ਨਹੀਂ। ਉਹ ਜੋਤ ਸਮਾਏ, ਸਮਾਨੀ ਜਾ ਕੇ ਅਸਲੀ ਪ੍ਰਭ ਪਹਿਚਾਨਿਆ, ਉੱਥੇ ਜਾ ਕੇ ਸਮਾ ਜਾਂਦਾ। ਅਤੇ ਉੱਥੇ ਨਾ ਜਰੀਆ ਨਾ ਮਰੀਆ। ਉੱਥੋਂ ਫਿਰ ਉਹ ਸੁੰਨ ਪ੍ਰਕਾਸ਼, ਉਹ ਉਨਮਨ, ਉਹ ਆਪ ਹੀ ਫਿਰ ਉੱਥੋਂ ਦੁਬਾਰਾ ਜਿਵੇਂ ਗਿਆ, ਉਸੇ ਤਰੀਕੇ ਹੀ ਅੰਮ੍ਰਿਤ ਲੈਂਦਾ, ਨਾਮ ਦੇ ਵਿੱਚ ਸਮਾਉਂਦਾ, ਨਿਜ ਮੰਦਰ ਦੇ ਵਿੱਚ ਹੋ ਕੇ ਦੁਬਾਰਾ ਫਿਰ ਪਾਉਣ ਦੇ ਵਿੱਚ ਮਨ ਪ੍ਰਵੇਸ਼ ਕਰਦਾ। ਉੱਥੇ ਮਨ ਦਾ ਆਪਾ ਖਤਮ ਹੋ ਜਾਂਦਾ ਹੈ, ਕਿਉਂਕਿ ਮਨ ਦੇਖਦਾ ਹੈ ਵੀ ਗਿਆਨ ਜਿਹੜਾ ਦੁਨਿਆਵੀ ਸੀ ਉਹ ਤਾਂ ਮੈਂ ਛੱਡਤਾ, ਦੁਨਿਆਵੀ ਸਿਮਰਨ ਕਰਦਾ ਸੀ ਉਹ ਵੀ ਮੈਂ ਛੱਡਤਾ, ਦੁਨਿਆਵੀ ਜਿਹੜੀ ਕੋਈ ਜੁਗਤ ਲਾਈ ਸੀ ਉਹ ਵੀ ਛੱਡਤੀ। ਜਦੋਂ ਸਮਰਪਣ ਕੀਤਾ, ਸਮਰਪਣ ਕਰਨ ਤੋਂ ਬਾਅਦ ਤਾਂ ਮਨ ਦੀ ਇਹ ਦੁਨਿਆਵੀ ਮੱਤ, ਮਾਇਆ ਦੀ ਮੱਤ ਤਾਂ ਕੰਮ ਹੀ ਨਹੀਂ ਕਰਦੀ। ਮਨ ਵੇਖਦਾ ਹੈ ਵੀ ਇਹ ਤਾਂ ਮੇਰੇ ਵਿੱਚ ਸਮਾਇਆ ਹੋਇਆ ਸਤਿਗੁਰ ਆਪ ਸਫ਼ਰ ਕਰਕੇ ਘਰ ਵਿੱਚ ਜਾ ਕੇ ਵਾਪਸ ਆਪ ਸਰੀਰ ਦੇ ਵਿੱਚ ਪ੍ਰਵੇਸ਼ ਕਰ ਰਿਹਾ। ਮੇਰਾ ਕੋਈ ਤ੍ਰੈਗੁਣੀ ਦੁਨਿਆਵੀ ਮੱਤ ਤਾਂ ਚੱਲਦੀ ਨਹੀਂ। ਉੱਥੇ ਫਿਰ ਆਪਾ, ਜਬ ਆਪਾ ਪਰ ਮਿਟ ਗਿਆ, ਜਤ ਦੇਖਾਂ ਤਤ ਤੂੰ। ਉੱਥੇ ਆਪਾ ਖਤਮ ਹੋ ਜਾਂਦਾ। ਇਹ ਇੱਕੋ ਵਾਰ 'ਚ ਨਹੀਂ, ਵਾਰ-ਵਾਰ ਜਦੋਂ ਪ੍ਰੈਕਟੀਕਲ ਕਰਕੇ ਮਨ ਦੇ ਵਿੱਚ ਪਾਵਰ ਬਣਦੀ ਏ, ਮਨ ਇਹ ਸਫ਼ਰ ਕਰਦਾ ਏ। ਕਰਦਾ ਕਿੱਥੋਂ ਏ? ਸੂਖਮ ਤੋਂ ਸਰਗੁਣ, ਸਰਗੁਣ ਤੋਂ ਸੂਖਮ। ਅਤੇ ਫਿਰ ਉਹਨੂੰ ਲੋਕ ਸੁਖੀਏ ਪਰਲੋਕ ਸੁਹੇਲੇ ਕਹਿ ਦਿੰਦਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਕਿਵੇਂ ਹੋ ਗਏ? ਕਿਉਂਕਿ ਮਾਲਕ ਨੇ ਉਹਨਾਂ ਨੂੰ ਆਪ ਮੇਲ ਲਿਆ। ਅਤੇ ਇੱਕ ਮਨਮੁਖੇ ਜਿਹਨੂੰ ਕਹਿੰਦੇ ਆ ਕੀਰਤਨ ਜੁਰੀਆ, ਬਹੁਬਿਦ ਫਿਰੀਆ, ਪਰ ਕੋ ਹਿਰੀਆ, ਬਿਖਨਾ ਘਿਰੀਆ, ਉਹ ਜਿਹੜਾ ਦੁਨਿਆਵੀ ਕਿਰਤ ਨਾਲ ਹੀ ਇਕੱਲਾ ਜੁੜ ਗਿਆ। ਬਹੁਬਿਦ ਫਿਰੀਆ, ਦੁਨਿਆਵੀ ਕਿਰਤ ਵਿੱਚ ਜੁੜਨੇ ਆ, ਅਤੇ ਕਾਲ ਦੀਆਂ 68 ਹੱਟਾਂ ਦੇ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਫੁਰਨੇ ਆਉਂਦੇ ਰਹਿੰਦੇ ਨੇ। ਇਹ ਤਾਂ ਗੁਰਮੁਖ ਸੀ ਨਾ, ਜੋ ਸਹਿਜ ਵਿੱਚ ਖੇਲਿਆ, ਸਹਿਜ ਵਿੱਚ ਆਇਆ, ਸਹਿਜ ਦੇ ਵਿੱਚ ਸਹਿਜੇ ਜਾਗਣ, ਸਹਿਜੇ ਸੋਵੈ, ਸਹਿਜੇ ਹੋਤਾ ਜਾਏ ਸੋਵੈ। ਪਰ ਜਿਹੜਾ ਮਨਮੁਖ ਨੂੰ ਸਹਿਜ ਦਾ ਨਹੀਂ ਭੇਤ, ਨਾਮ ਦਾ ਨਹੀਂ ਭੇਤ, ਇਹ ਸੂਖਮ ਪੋਰਸ਼ਨ ਦਾ ਨਹੀਂ ਭੇਤ, ਉਹਨੂੰ ਦ੍ਰਿਸ਼ਟੀ ਇੱਕ ਕਰਨ ਦਾ ਨਹੀਂ ਭੇਤ, ਸ਼ਬਦ ਦੁਆਰਾ ਪਾਉਣ ਤੋਂ ਵੱਖ ਹੋਣ ਦਾ ਨਹੀਂ ਭੇਤ, ਜੋ ਸਹਿਜ ਸੁਭਾਏ ਚੱਲਦਾ, ਉਹ ਤ੍ਰੈਗੁਣ ਦੀ ਕਿਰਤ ਵਿੱਚ ਜੁੜਿਆ ਹੋਇਆ। ਕੀਰਤਨ ਜੁਰੀਆ, ਬਹੁਬਿਦ ਫਿਰੀਆ। ਅਤੇ ਕਿਰਤ ਵਿੱਚ ਜੁੜਨ ਕਰਕੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਫੁਰਨੇ ਆਈ ਜਾਂਦੇ ਆ। ਉਹ ਦਸੇ ਦਿਸ਼ਾਵਾਂ 'ਚ ਉਹਨਾਂ ਮਨ ਸੁਰਤੀ ਚੱਲਦੀ ਆ। ਪਰ ਕੋ ਹਿਰੀਆ, ਪਰ ਕਹਿ ਦਿੱਤਾ ਜਿਹੜੀ ਹੁਣ ਪੰਜਾਂ ਦੀ ਸੰਪੱਤੀ ਆ, ਜਿੱਥੇ ਥੋੜ੍ਹੇ ਸਮੇਂ ਲਈ ਖੇਲਣ ਭੇਜਿਆ ਜਾਂਦਾ, ਸਵੇਰੇ ਖੇਲਣ, ਰਾਤ ਨੂੰ ਵਾਪਸ ਗਿਆ, ਉਹਨੂੰ ਆਪ ਦੀ ਕਰਕੇ ਮੰਨਦਾ। ਪਰ ਕੋ ਹਿਰੀਆ,
ਵਿਖਣਾ ਕਿਰਿਆ, ਇਸ ਕਰਕੇ ਵਿਖਿਆ ਵਿੱਚ ਘਿਰਿਆ ਰਹਿੰਦਾ ਤੇ ਰਾਤ ਨੂੰ ਨਾ ਉਹ ਸਰੀਰ ਤੋਂ ਵੱਖ ਹੁੰਦਾ। ਤੇ ਜੇਕਰ ਸਹਿਜ ਸੁਭਾਏ ਵੱਖ ਹੋ ਵੀ ਜਾਵੇ ਤੇ ਉਹ ਥੋੜ੍ਹੇ ਸਮੇਂ ਬਾਅਦ ਫਿਰ ਪੰਜਾਂ ਦੇ ਇਸ ਭਵਜਲ 'ਚ ਡਿੱਗ ਜਾਂਦਾ ਤੇ ਪੰਜ ਉਹਨੂੰ ਆਪ ਦੇ ਰਸਤੇ 'ਤੇ ਲਿਜਾ ਕੇ ਕੁੱਟਦੇ ਆ, ਤਸ਼ੱਦਦ ਕਰਦੇ ਆ ਉਹਨੂੰ। ਰਾਤ ਨੂੰ ਭਵਜਲ ਦੇ ਵਿੱਚ ਉਹ ਡਿੱਗਿਆ ਰਹਿਣ ਕਰਕੇ ਉਹਦਾ ਰਾਤ ਨੂੰ ਵੀ ਜਿਹੜਾ ਮਾਇਆ ਰੂਪੀ ਅਗਨ ਹੈ ਅੰਮ੍ਰਿਤ ਉਹਦਾ ਇਸਤੇਮਾਲ ਕਰੀ ਜਾਂਦੀ ਆ। ਦਿਨੇ ਵੀ ਉਹ ਅੰਮ੍ਰਿਤ ਮਾਇਆ ਦੀ ਅਗਨ ਵਿੱਚ ਰਹਿੰਦਾ ਤੇ ਦਿਨੇ ਵੀ ਉਹਦਾ ਅੰਮ੍ਰਿਤ ਜਿਹੜਾ ਖਤਮ ਹੋਈ ਜਾਂਦਾ। ਜਿਵੇਂ ਆਪਾਂ ਦੇਖਦੇ ਹਾਂ ਅੱਗ ਜਿਹੜੀ ਹੈ ਕਿਸੇ ਵੀ ਚੀਜ਼ ਨੂੰ ਸਾੜ ਦਿੰਦੀ ਹੈ ਤੇ ਜੇਕਰ ਮਨ ਦੇ ਵਿੱਚ ਅੱਗ ਹੋਏਗੀ ਤੇ ਮਨ ਦਾ ਜਿਹੜਾ ਠੰਡਾ ਅੰਮ੍ਰਿਤ ਹੈ ਉਹ ਸਾਰਾ ਦਿਨ ਸੜਦਾ ਰਹੇਗਾ, ਭਾਫ ਬਣ ਕੇ ਉੱਡਦਾ ਰਹੇਗਾ। ਕਿੱਥੇ ਉੱਡੇਗਾ? ਸਵਾਸਾਂ ਦੀ ਭਾਫ 'ਚ ਉੱਡ ਜਾਏਗਾ ਤੇ ਉਹ ਪੰਜ ਮਾਇਆ ਰੂਪੀ ਅਗਨ ਜਿਹੜੀ ਆ ਉਹ ਖਿੱਚਦੀ ਰਹੇਗੀ। ਪੰਜ ਅਗਨ ਸਰੂਪੀ ਨੇ ਉਹ ਖਿੱਚਦੇ ਰਹਿਣਗੇ। ਕਿਉਂ? ਦਿਨੇ ਵੀ ਅੱਗ 'ਚ ਹੈ, ਰਾਤ ਵੀ ਅੱਗ 'ਚ ਹੈ। ਉਹ ਜਿੰਨਾ ਠੰਡਾ ਅੰਮ੍ਰਿਤ ਸੀ ਕੱਲ ਤਾਤੀ ਠੰਡਾ ਹਰਨਾਉ, ਠੰਡਾ ਅੰਮ੍ਰਿਤ ਤੱਤੀ ਕਲ ਦੇ ਵਿੱਚ ਸੜ ਕੇ ਖਤਮ ਹੋ ਜਾਂਦਾ। ਪਵਨ ਵੀ ਖਤਮ ਹੋ ਰਹੀ ਆ, ਅੰਮ੍ਰਿਤ ਵੀ ਖਤਮ ਹੋ ਰਹੀ ਆ ਤੇ ਦਿਨ ਰਾਤ ਕਮਜ਼ੋਰ ਹੋ ਰਿਹਾ। ਜੋ ਗੁਰਮੁਖ ਪਿਆਰੇ ਨੇ, ਸੁਹਾਗਣਾ ਨੇ, ਉਹ ਸਵੇਰੇ ਇੱਥੇ ਆ ਕੇ ਨਾਮ ਦੀ ਠੰਡਕ ਦੇ ਵਿੱਚ ਮਾਇਆ ਦੀ ਅਗਨ 'ਚ ਪ੍ਰਵੇਸ਼ ਹੀ ਨਹੀਂ ਕਰਦੇ ਤੇ ਜੇ ਅਗਨ ਵਧਣ ਲੱਗਦੀ ਆ ਉਹ ਆਪ ਦਾ ਸ਼ਬਦ ਦੁਆਰਾ, ਗਿਆਨ ਦੁਆਰਾ ਉਹਨਾਂ ਰੱਖਿਆ ਚੱਕਰ ਵਧਾ ਲੈਂਦੇ ਨੇ। ਅੱਗ ਓਨਾ ਕੀ ਉਹਨਾਂ ਤੇ ਅਸਰ ਕਰਦੀ ਹੈ ਜਿੰਨਾ ਕੁ ਅੱਗ ਸੁੱਖ ਦੇਵੇ। ਜਿਵੇਂ ਲੋਹੜੀ ਦੀ ਅੱਗ ਹੁੰਦੀ ਨਾ, ਲੋਹੜੀ ਵਾਲੇ ਦਿਨ ਅੱਗ ਆਪਾਂ ਸੇਕਦੇ ਹਾਂ, ਉਹ ਅੱਗ ਸੁੱਖ ਦਿੰਦੀ ਆ। ਇਸ ਕਰਕੇ ਜਦੋਂ ਨਾਮ ਦਾ ਤੇ ਗਿਆਨ ਦਾ ਇੱਧਰ ਆ ਕੇ ਆਪਾਂ ਰੱਖਿਆ ਚੱਕਰ ਬਣਾਵਾਂਗੇ, ਮਾਇਆ ਦੀ ਅੱਗ ਅਸਰ ਨਹੀਂ ਕਰਦੀ। ਜਦੋਂ ਅੱਗ ਅਸਰ ਨਹੀਂ ਕਰਦੀ, ਸੁੱਖ ਦਿੰਦੀ ਆ ਤੇ ਉਹ ਅੰਮ੍ਰਿਤ ਇੱਧਰ ਦੁਨੀਆ ਦੇ ਵਿੱਚ ਰਹਿਣ ਤੇ ਵੀ ਮਨ ਤਨ ਦੇ ਉੱਪਰ ਪੈਂਦਾ ਰਹਿੰਦਾ, ਠੰਡਕ ਬਣੀ ਰਹਿੰਦੀ, ਰੱਖਿਆ ਚੱਕਰ ਬਣਿਆ ਰਹਿੰਦਾ। ਤੇ ਰਾਤ ਨੂੰ ਵੀ ਉਹ ਜਦੋਂ ਜੁਗਤ ਦੁਆਰਾ ਸੁਣੀਐ ਜੋਗ ਜੁਗਤ ਤਨ ਭੇਦ, ਸ਼ਬਦ ਨੂੰ ਸੁਣ ਕੇ ਸਹਿਜ ਸੁਭਾਏ ਹੀ ਇਹ ਜੋਗ ਤੇ ਜੁਗਤ ਆ ਜਾਂਦੀ ਆ। ਗਿਆਨ ਦੁਆਰਾ ਨਹੀਂ ਆਉਂਦੀ, ਸ਼ਬਦ ਦੇ ਸਹਿਜ ਦੇ ਵਿੱਚੋਂ ਇਹ ਜੋਗ ਤੇ ਜੁਗਤ ਭੇਦ ਪ੍ਰਗਟ ਹੁੰਦਾ। ਸ਼ਬਦ ਨੂੰ ਸੁਣਦੇ ਆ ਤੇ ਰਾਤ ਨੂੰ ਵੀ ਉਸ ਅੰਮ੍ਰਿਤ ਦੀ ਠੰਡਕ ਦੇ ਵਿੱਚ ਆਪਦੇ ਘਰ ਜਾ ਕੇ ਸੌਂਦੇ ਆ। ਇਸ ਕਰਕੇ ਉਹ ਦਿਨੇ ਵੀ ਮਹਾਬਲੀ ਬਣੇ ਰਹਿੰਦੇ ਆ, ਰਾਤ ਨੂੰ ਵੀ ਮਹਾਬਲੀ ਬਣੇ ਰਹਿੰਦੇ ਆ। ਅੰਮ੍ਰਿਤ ਦੀ ਠੰਡਕ ਦੀ ਪਾਵਰ ਲੈ ਕੇ, ਨਾਮ ਦੀ ਪਾਵਰ ਲੈ ਕੇ ਉਹ ਪੰਜੇ ਬੱਧੇ ਮਹਾਬਲੀ ਕਰ ਸੱਚਾ ਟੋਆ, ਪੰਜੇ ਮਹਾਬਲੀਆਂ ਨੂੰ ਬੱਧੀ ਰੱਖਦੇ ਆ। ਕਾਲ ਨੂੰ ਆਪਦੇ ਵਿਹੜੇ ਨਹੀਂ ਚੜ੍ਹਨ ਦਿੰਦੇ, ਆਪਦੀ ਸੇਜ 'ਤੇ ਆਉਣ ਨਹੀਂ ਦਿੰਦੇ ਤੇ ਸਾਰਾ ਦਿਨ ਇਹਨਾਂ ਤੋਂ ਕੰਮ ਕਰਾਉਂਦੇ ਆ। ਜਿਹਨੂੰ ਕਹਿੰਦੇ ਪੂਰਨ ਤੇਰੀ ਹੋਵੇ ਆਸ, ਜਮ ਕੀ ਕਟਿਐ ਤੇਰੀ ਫਾਸ, ਗੁਰ ਕਾ ਉਪਦੇਸ਼ ਸੁਨੀਜੈ, ਨਾਨਕ ਸੁਖ ਸਹਿਜ ਸਮੀਜੈ। ਗੁਰੂ ਦਾ ਉਪਦੇਸ਼ ਸੁਣਦੇ ਰਹਿੰਦੇ ਆ। ਜੋ ਨਾਮ ਚੱਲਦਾ ਹੋਇਆ ਪੌਣ ਦੇ ਵਿੱਚ ਐਂਟਰ ਕਰ ਰਿਹਾ, ਉਸੇ ਗੁਰ ਕੀ ਸੁਰਤ ਨਿਕਟ ਕਰ ਜਾਣ, ਉਹ ਗੁਰੂ ਦੀ ਸੁਰਤੀ ਦੇ ਨਾਲ ਆਪਦੀ ਸੁਰਤੀ ਜੋੜੀ ਰੱਖਦੇ ਆ। ਸੁਰਤੀ ਸੁਰਤ ਰਲਾਈਆ ਏਤ ਤਨ ਕਰ ਤੁਲਹਾ ਲੰਘਿਆ। ਜੀ ਗੁਰੂ ਦੀ ਸ਼ਬਦ ਦੀ ਸੁਰਤ ਦੇ ਨਾਲ ਸੁਰਤ ਨੂੰ ਜੋੜ ਕੇ ਤੇ ਇਸ ਭਵਜਲ ਦੇ ਵਿੱਚ ਉਹ ਕਿਸ਼ਤੀ ਤਰ੍ਹਾਂ ਉੱਪਰ ਤਿਰਦੇ ਰਹਿੰਦੇ ਆ, ਡੋਲੇ ਨਹੀਂ ਖਾਂਦੇ। ਜੇ ਅੱਗੋਂ ਹਵਾ ਦਾ ਝੋਲਾ ਆਉਂਦਾ, ਤੂਫਾਨ ਚੜ੍ਹਦਾ ਤੇ ਉਹ ਸ਼ਬਦ ਤੇ ਗਿਆਨ ਦਾ ਰੱਖਿਆ ਚੱਕਰ ਬਣਾ ਕੇ ਉਹ ਤੂਫਾਨ, ਜਿਵੇਂ ਹੁਣ ਜਦੋਂ ਜਹਾਜ਼ ਨੇ ਉਤਰਨਾ ਹੁੰਦਾ ਨਾ ਥੱਲੇ, ਆਮ ਤਾਂ ਜਹਾਜ਼ ਜਿਹੜਾ ਖੰਭ ਜਿਹੜਾ ਹੈ ਉਹ ਖਿਲਾ ਕੇ ਰੱਖਦਾ। ਜਦੋਂ ਜਹਾਜ਼ ਨੇ ਥੱਲੇ ਉੱਡਣਾ ਹੁੰਦਾ ਤੇ ਉਹਦੇ ਥੱਲੇ ਜਿਹੜੇ ਖੰਭਾਂ ਦੇ ਥੱਲੇ ਜਿਹੜੇ ਆ ਨਾ, ਉਹਨਾਂ ਦੀ ਡਾਇਰੈਕਸ਼ਨ ਵੀ ਚੇਂਜ ਹੋ ਜਾਂਦੀ ਆ ਤੇ ਉਹਦੇ ਥੱਲੇ ਪੱਖੇ ਚੱਲਣ ਲੱਗ ਜਾਂਦੇ ਆ। ਵੀ ਭਾਵ ਕਿ ਜਿੰਨਾ ਅੱਗੋਂ ਵਿਚਾਰਾਂ ਦਾ ਪ੍ਰੈਸ਼ਰ ਵੱਧਦਾ ਹੈ, ਇੱਧਰੋਂ ਗੁਰਮੁਖ ਗਿਆਨ ਤੇ ਸਿਮਰਨ ਦਾ ਪ੍ਰੈਸ਼ਰ ਉਹਨਾਂ ਵਧਾ ਦਿੰਦੇ ਆ। ਤੇ ਪਹਿਲੀ ਗੱਲ ਤਾਂ ਜਿਹੜਾ ਨਾਮ 'ਚ ਜੀਵ ਸਮਾਇਆ ਹੁੰਦਾ ਹੈ, ਉਹਦੀ ਤਾਂ ਆਪ ਰੱਖਿਆ ਕਰਦਾ ਹੈ। ਰਾਮ ਰਸਾਇਣ ਗੁਰਮੁਖ ਚਾਖੇ, ਦਰ ਘਰ ਮੈਲੀ ਹਰ ਪਤ ਰੱਖੇ। ਸੋ ਇਹ ਜਿੱਤਿਆਂ ਹੋਇਆਂ ਦਾ ਤੇ ਹਾਰਿਆਂ ਹੋਇਆਂ ਦੀ ਖੇਡ ਹੈ। ਇਹ ਉਹੀ ਬੋਝ ਸਕਦੇ ਆ ਜਿਹੜੇ ਪ੍ਰੈਕਟੀਕਲ ਕਰਨਗੇ, ਨਹੀਂ ਤਾਂ ਜਿੰਨੇ ਇਕੱਲਾ ਗਿਆਨ ਹੀ ਕਰਨਾ ਹੈ, ਪੜ੍ਹਨਾ ਹੀ ਹੈ, ਉਹ ਅਧੂਰਾ ਹੈ। ਉਹ ਤਾਂ ਮਨਮੁਖ ਦਾ ਹੀ ਜੀਵਨ ਜਿਉ ਰਿਹਾ। ਬੇਸ਼ੱਕ ਉਹ ਗਿਆਨ ਕਰਨ ਲੱਗ ਗਿਆ, ਕਥਾ ਕਹਾਣੀਆਂ ਬੁੱਝਣ ਲੱਗ ਗਿਆ, ਪਰ ਮਨ ਦੇ ਵਿੱਚੋਂ ਅਗਨ ਨਹੀਂ ਖਤਮ ਹੋਈ, ਅੰਮ੍ਰਿਤ ਨਹੀਂ ਉਹਨੂੰ ਆਉਣ ਲੱਗਾ, ਸਵਾਸਾਂ ਦਾ ਧਨ ਨਹੀਂ ਉਹ ਬਚਾ ਰਿਹਾ, ਉਹ ਤਾਂ ਸਗੋਂ ਹੋਰ ਖਤਰਨਾਕ ਹੋ ਗਿਆ। ਸੋ ਇਸ ਤਰੀਕੇ ਇਹ ਆਪਾਂ ਜੀਵਨ ਜਿਉਣਾ। ਇੰਨੇ ਵਚਨ ਕਰਦੇ ਹਾਂ ਕੋਖਰ ਵਾਧਾ ਘਾਟਾ ਸੰਗਤ ਗੁਰੂ ਬਖਸ਼ਣ ਜੋਗ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।